ਨਵਾਂ ਜ਼ਮਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਮੁੜ ਤੋਂ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਜਾਣਕਾਰੀ ਵਿੱਚ। ਸਾਡਾ ਅੱਜ ਦਾ ਵਿਸ਼ਾ ਹੈ ਫੌਜਦਾਰੀ ਅਦਾਲਤਾਂ। ਸੋ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਐਡਵੋਕੇਟ ਸ਼੍ਰੀ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਅਦਾਲਤਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ? ਦੇਖੋ ਜੀ, ਅਦਾਲਤਾਂ 3 ਪ੍ਰਕਾਰ ਦੀਆਂ ਹੁੰਦੀਆਂ। ਮੋਟੇ ਤੌਰ ਤੇ 3 ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਹਨੂੰ ਇੱਕ ਦੀਵਾਨੀ ਅਦਾਲਤ ਕਹਿੰਦੇ ਆ, ਜਿੱਥੇ ਸਾਰੇ ਝਗੜੇ ਜਿਹੜੇ ਫੌਜਦਾਰੀ ਨਾ ਹੋਣ ਜਾਂ ਬਾਕੀ ਨਾ ਹੋਣ ਉਹ ਹੁੰਦੇ ਆ। ਦੂਜੇ ਹੈ ਫੌਜਦਾਰੀ ਅਦਾਲਤਾਂ ਜਿੱਥੇ ਝਗੜੇ ਹੁੰਦੇ ਆ, ਜਿੱਥੇ ਕੋਈ ਬੰਦਾ ਸਟੇਟ ਦੇ ਖਿਲਾਫ ਕੋਈ ਕਾਨੂੰਨ ਤੋੜਦਾ ਆ, ਸ਼ਰਾਬ ਕਰਦਾ ਆ, ਨਸ਼ੇ ਵੇਚਦਾ ਆ, ਲੜਾਈ ਕਰਦਾ ਆ, ਮਾਰ ਕੁਟਾਈ ਕਰਦਾ ਆ, ਕਤਲ ਕਰਦਾ ਆ, ਜਾਂ ਕਿਸੇ ਔਰਤ ਨੂੰ ਛੇੜਦਾ ਜਾਂ ਆਪੋ ਵਿੱਚ ਹੀ ਲੜਦਾ ਜਾਂ ਕਾਨੂੰਨ ਭੰਗ ਕਰਦਾ, ਉਹ ਜਿਹੜੀਆਂ ਅਦਾਲਤਾਂ ਉਹਨਾਂ ਨੂੰ ਅਸੀਂ ਫੌਜਦਾਰੀ ਅਦਾਲਤਾਂ ਕਹਿੰਦੇ ਹਾਂ। ਇੱਕ ਅਦਾਲਤਾਂ ਹੁੰਦੀਆਂ ਜਿਨ੍ਹਾਂ ਵਿੱਚ ਆ ਜ਼ਮੀਨ ਜਾਇਦਾਦਾਂ ਦੇ ਕੇਸ ਚੱਲਦੇ ਆ, ਜਿਹੜੀਆਂ ਨੂੰ ਅਸੀਂ ਰੈਵਨਿਊ ਕੋਰਟ ਕਹਿੰਦੇ ਆ, ਮਾਲ ਦੀਆਂ ਮਹਿਕਮਾ ਕਹਿੰਦੇ ਆ। ਜਿਹੜੀ ਛੋਟੀ ਤੋਂ ਛੋਟੀ ਅਦਾਲਤ ਨਾਇਬ ਤਹਿਸੀਲਦਾਰ ਹੁੰਦੀ ਆ, ਉਹ ਤੋਂ ਬਹੁਤ ਵੱਡਾ, ਉਹ ਤੋਂ ਅੱਗੇ ਚੱਲ ਕੇ ਤਹਿਸੀਲਦਾਰ ਹੁੰਦਾ। ਤਹਿਸੀਲਦਾਰ ਤੋਂ ਫਿਰ ਉੱਪਰ ਜਿੱਦਾਂ ਕੋਈ ਆਪਣੇ DC ਤੱਕ ਜਾਂਦੇ ਆ, ਕਮਿਸ਼ਨਰ ਤੱਕ ਜਾਂਦੇ ਆ। ਇਹ ਅਦਾਲਤਾਂ ਉਹ ਹੁੰਦੀਆਂ 3 ਪ੍ਰਕਾਰ ਦੀਆਂ ਅਦਾਲਤਾਂ ਹੁੰਦੀਆਂ, ਜਾਣੀ ਸਿਵਲ, ਕ੍ਰਿਮੀਨਲ ਤੇ ਆਪਣੇ ਤੀਜੇ ਪ੍ਰਕਾਰ ਦੇ ਮਾਲ ਮਹਿਕਮੇ ਦੀਆਂ ਅਦਾਲਤਾਂ ਹੁੰਦੀਆਂ ਹਨ। ਸਾਰੇ ਕੇਸ ਇਹਨਾਂ ਵਿੱਚ ਆਉਂਦੇ ਹਨ। ਜਿਹੜਾ ਕੇਸ ਜਿਸ ਕੋਰਟ ਨਾਲ ਸੰਬੰਧਿਤ ਹੋਵੇ ਉਸ ਅਦਾਲਤ ਵਿੱਚ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਹੈ, ਜਾਂ ਉਹ ਅਦਾਲਤ ਜਿਹਦਾ ਅਧਿਕਾਰ ਖੇਤਰ ਹੋਵੇ ਉਹ ਉਹਨੂੰ ਸੁਣ ਲੈਂਦੀ ਹੈ। ਸਰ ਫਿਰ ਇਹ ਫੌਜਦਾਰੀ ਅਦਾਲਤਾਂ ਕੀ ਹੁੰਦੀਆਂ? ਫੌਜਦਾਰੀ ਜਿੱਦਾਂ ਮੈਂ ਪਹਿਲਾਂ ਦੱਸਣ ਦੀ ਕੋਸ਼ਿਸ਼ ਕੀਤੀ ਆ, ਤੇ ਉਹ ਅਦਾਲਤਾਂ ਹੁੰਦੀਆਂ ਤੇ ਜਿੱਦਾਂ ਹੁਣ ਸਟੇਟ ਆ ਜਾਂ ਸੂਬਾ ਕਹਿ ਲਓ, ਸੂਬੇ ਨੇ ਸਾਰੇ ਸੂਬੇ ਦਾ ਜਿਹੜਾ ਅਮਨ ਅਮਾਨ ਆ, ਲਾ ਐਂਡ ਆਰਡਰ ਆ, ਉਹਨੂੰ ਮੇਨਟੇਨ ਕਰਨਾ। ਉਹ ਨਹੀਂ ਦੇਖਣਾ ਕੋਈ ਖੱਪ ਨਾ ਪਾਵੇ। ਜੇ ਉਹ ਨਹੀਂ ਕਹਿਤਾ ਵੀ ਇੰਨੇ ਤੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ, ਉਹ ਨਹੀਂ ਦੇਖਣਾ ਵੀ 50 ਤੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ। ਉਹ ਨਹੀਂ ਦੇਖਣਾ ਕੋਈ ਚੋਰੀ ਨਾ ਕਰੇ, ਉਹ ਨਹੀਂ ਦੇਖਣਾ ਕੋਈ ਕਿਸੇ ਨੂੰ ਛੇੜੇ ਨਾ, ਉਹ ਦੇਖਣਾ ਕੋਈ ਲੜੇ ਨਾ। ਸਮਾਜ ਵਿੱਚ ਜਿਹੜਾ ਵੀ ਮਾੜਾ ਅੰਸ਼ ਆ ਉਹਨੂੰ ਨਹੀਂ ਕੰਟਰੋਲ ਕਰਨਾ। ਤੇ ਜਿਹੜਾ ਫਿਰ ਉਹਨੂੰ ਕਾਨੂੰਨ ਨੂੰ ਤੋੜਦਾ ਪੜਿਆ ਜਾਵੇ ਜਾਂ ਕਾਨੂੰਨ ਦੀ ਨਿਗਾਹ 'ਚ ਜੁਰਮ ਕਰਦਾ ਹੋਵੇ, ਉਹਨੂੰ ਫਿਰ ਪੁਲਿਸ ਦੇ ਰਾਹੀਂ ਅਰੈਸਟ ਕਰ ਲੈਣਾ। ਉਹਦੇ ਖਿਲਾਫ ਫਿਰ ਇੱਕ ਕੇਸ ਬਣਾ ਦੇਣਾ। ਜਿਹੜੀਆਂ ਅਗਾਈਆਂ ਹੋਣ ਉਹ ਆਪਣੀਆਂ ਪਾ ਲੈਣੀਆਂ। ਜਿਹਦੇ ਸਾਹਮਣੇ ਉਹਨੂੰ ਫੜਿਆ ਉਹ ਬੰਦੇ ਲਾ ਲੈਣੇ। ਜੋ ਉਹਦੇ ਕੋਲ ਰਿਕਵਰ ਹੋਇਆ, ਜੇ ਉਹਦੇ ਕੋਲ ਕੋਈ ਚੀਜ਼ ਫੜੀ ਗਈ ਆ ਤੇ ਉਹ ਨਾਲ ਲਾ ਦੇਣੀ ਆ। ਉਹ ਕੇਸ ਬਣਾ ਕੇ ਉਹ ਫਿਰ ਫੌਜਦਾਰੀ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਭੇਜ ਦਿੰਦੀ ਪੁਲਿਸ। ਉੱਥੇ ਫਿਰ ਫੌਜਦਾਰੀ ਉਹਦਾ ਕੇਸ ਨੂੰ ਦੇਖਦੀ ਆ, ਤੇ ਉੱਥੇ ਜਦੋਂ ਕੇਸ ਚੱਲਦਾ ਉਹਦੇ ਵਿੱਚ ਜਾਂ ਫਿਰ ਬੰਦਾ ਅਖੀਰ ਵਿੱਚ ਜਿਹੜਾ ਪੜਿਆ ਹੁੰਦਾ ਬਰੀ ਹੋ ਜਾਂਦਾ, ਜਾਂ ਫਿਰ ਉਹਨੂੰ ਸਜ਼ਾ ਹੋ ਜਾਂਦੀ ਆ। ਇਹਨਾਂ ਕੇਸਾਂ ਵਿੱਚ ਅਖੀਰ ਵਿੱਚ ਸਜ਼ਾ ਹੋਣੀ ਹੋਵੇ ਜਾਂ ਉਸ ਬੰਦੇ ਨੂੰ ਬਰੀ ਹੋਣਾ ਹੋਵੇ, ਜਿਹਨੂੰ ਮੁਜਰਮ ਕਹਿੰਦੇ ਆ, ਤੇ ਉਹ ਫੌਜਦਾਰੀ ਅਦਾਲਤਾਂ ਹੁੰਦੀਆਂ। ਜਿਹੜੀਆਂ ਦੂਜੀਆਂ ਅਦਾਲਤਾਂ ਆ ਉਹਨਾਂ ਵਿੱਚ ਸਜ਼ਾ ਦੀ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ। ਉਹਦੇ ਵਿੱਚ ਬੰਦਾ ਇੱਕ ਜਣਾ ਹਾਰਦਾ ਆ ਤੇ ਦੂਜੀ ਧਿਰ ਜਿੱਤਦੀ ਆ, ਜਾਂ ਇੱਕ ਧਿਰ ਜਿੱਤਦੀ ਆ ਤੇ ਦੂਜੀ ਧਿਰ ਹਾਰਦੀ ਆ। ਇਹਦੇ ਵਿੱਚ ਇੱਕ ਜਿਹੜੀ ਧਿਰ ਆ ਜੇ ਉਹ ਹਾਰ ਜਾਵੇ ਤਾਂ ਉਹਨੂੰ ਫਿਰ ਸਜ਼ਾ ਹੋ ਜਾਂਦੀ ਆ, ਉਹ ਜਿੱਤ ਜਾਵੇ ਤੇ ਉਹ ਬਰੀ ਹੋ ਜਾਂਦੀ। ਯਾਨੀ ਜਿਹਦੇ ਵਿੱਚ ਸਜ਼ਾ ਦੇਣ ਦਾ ਪ੍ਰੋਵੀਜ਼ਨ ਹੈਗਾ, ਜੇ ਅਦਾਲਤ ਜਿਹਦੇ ਵਿੱਚ ਸਜ਼ਾ ਦੇ ਸਕਦੀ ਆ, ਮੰਨ ਲਓ 1 ਦਿਨ ਤੋਂ ਲੈ ਕੇ 10 ਸਾਲ ਤੱਕ ਜਾਂ ਜਿੰਨੇ ਚਿਰ ਤੱਕ ਵੀ ਦੇ ਸਕਦੀ ਆ, ਉਹਨੂੰ ਅਸੀਂ ਫੌਜਦਾਰੀ ਅਦਾਲਤ ਕਹਿੰਦੇ ਹਾਂ। ਇਹ ਫੌਜਦਾਰੀ ਅਦਾਲਤਾਂ 'ਚ ਇਹਨਾਂ ਦੀ ਗਿਣਤੀ ਲਗਭਗ ਕਿੰਨੀ ਹੁੰਦੀ ਹੈ? ਦੇਖੋ, ਹੁਣ ਸਵਾਲ ਤਾਂ ਤੁਹਾਡਾ ਵਾਜਬ ਆ, ਪਰ ਇਹਨੂੰ ਸਮਝ ਕੇ ਜਿਹੜੇ ਵੱਡੇ ਹੋਣ ਕਰਕੇ ਅਦਾਲਤਾਂ ਉਹਨੇ ਜਿਹੜੀਆਂ ਉਹਨਾਂ ਨੂੰ ਛੋਟੇ ਸਬ ਤਹਿਸੀਲਾਂ ਵਿੱਚ ਵੀ ਭੇਜ ਦਿੱਤਾ ਹੈ। ਜਦੋਂ ਸਬ ਡਿਵੀਜ਼ਨ ਵਿੱਚ ਚਲ ਜਾਂਦੇ ਆ ਜਾਂ ਤਹਿਸੀਲਾਂ ਵਿੱਚ ਜਦੋਂ ਅਦਾਲਤਾਂ ਬਣ ਜਾਂਦੀਆਂ, ਉੱਥੇ ਜੱਜਾਂ ਦੀ ਥੋੜ੍ਹੀ ਲੋੜ ਹੁੰਦੀ ਆ, ਤੇ ਲੋੜ ਮੁਤਾਬਕ 2 ਵੀ ਹੋ ਸਕਦੀ, 3 ਵੀ ਹੋ ਸਕਦੀਆਂ। ਤਾਂ ਜੇ ਉਹਨੇ ਹਾਲੇ ਸਬ ਤਹਿਸੀਲ ਨਹੀਂ ਪਾਈ ਜਾਂ ਤਹਿਸੀਲ ਅਲੱਗ ਨਹੀਂ ਕੀਤੀ, ਤਾਂ ਸਾਰਾ ਕੰਮ ਜ਼ਿਲ੍ਹੇ 'ਚ ਆ। ਤਾਂ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹੁੰਦੀਆਂ ਉਹ ਦੇਖਣੀਆਂ, ਜ਼ਿਲ੍ਹਾ ਕਿੰਨਾ ਵੱਡਾ ਆ, ਉਹਨੂੰ ਕਿੰਨੇ ਜੱਜਾਂ ਦੀ ਲੋੜ ਆ ਕੰਮ ਸਾਂਭਣ ਲਈ, ਉਹਦੇ ਮੁਤਾਬਕ ਗਿਣਤੀ ਜਿਹੜੀ ਆ ਉਹ ਟਾਈਮ ਟੂ ਸਰਕਾਰ ਨਿਰਧਾਰਿਤ ਕਰਦੀ ਰਹਿੰਦੀ ਆ। ਉਹਦੇ ਮੁਤਾਬਕ ਜਿਹੜੀਆਂ ਇਹ ਅਦਾਲਤਾਂ ਆ ਉਹ ਵਧੀਆਂ ਘਟੀਆਂ ਰਹਿੰਦੀਆਂ। ਯਾਨੀ ਕਹਿਣ ਦਾ ਮਤਲਬ ਆ ਕਿ ਹਰ ਜ਼ਿਲ੍ਹੇ ਵਿੱਚ ਇੱਕੋ ਜਿਹੀਆਂ ਅਦਾਲਤਾਂ ਨਹੀਂ ਹੁੰਦੀਆਂ। ਕਿਸੇ ਜ਼ਿਲ੍ਹੇ ਵਿੱਚ ਘੱਟ ਹੁੰਦੀਆਂ, ਕਿਸੇ ਵਿੱਚ ਵੱਧ ਹੁੰਦੀਆਂ। ਜਿਹਦੀ ਗਿਣਤੀ ਜ਼ਿਆਦਾ ਹੋਵੇ, ਜਿਹਦੀ ਮਤਲਬ ਲੋਕ ਜਿਹਦੇ ਵਿੱਚ ਜ਼ਿਆਦਾ ਹੋਣ, ਜਿਹਦਾ ਏਰੀਆ ਜ਼ਿਆਦਾ ਹੋਵੇ, ਉੱਥੇ ਜ਼ਿਆਦਾ ਅਦਾਲਤਾਂ ਹੁੰਦੀਆਂ। ਜਿੱਥੇ ਏਰੀਆ ਲੋਕ ਥੋੜ੍ਹੇ ਹੋਣ, ਉੱਥੇ ਥੋੜ੍ਹੀਆਂ ਅਦਾਲਤਾਂ ਦਾ ਸਰਦਾ ਹੋਵੇ, ਉੱਥੇ ਥੋੜ੍ਹੀਆਂ ਅਦਾਲਤਾਂ ਹੁੰਦੀਆਂ।
ਇੱਕ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਜਿੱਦਾਂ ਜ਼ਿਲ੍ਹਾ ਵਿਸ਼ਾਲ ਆ ਉਸ ਹਿਸਾਬ ਨਾਲ ਇਹ ਵੀ ਉਨੀਆਂ ਵਿਸ਼ਾਲ ਹੋ ਸਕਦੀਆਂ। ਸਰ ਮੇਰਾ ਇੱਕ ਤੁਹਾਡੇ ਤੋਂ ਇੱਕ ਹੋਰ ਸਵਾਲ ਹੈ, ਸਰਕਾਰੀ ਵਕੀਲ ਕੀ ਹੁੰਦੇ ਨੇ ਤੇ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ? ਦੇਖੋ, ਪਹਿਲੀ ਗੱਲ ਸਮਝ ਲਓ ਤਾਂ ਕਿ ਤੁਹਾਨੂੰ ਫਿਰ ਚਾਹੇ ਕੋਈ ਵਕੀਲ ਇਹ ਪਿਛਲੇ ਸਮੇਂ 'ਚ ਬੜਾ ਕੀਤਾ ਕਿ ਜਿਹੜੇ ਵੱਡੇ ਹੋਣ ਕਰਕੇ ਅਦਾਲਤਾਂ ਉਹਨੇ ਜਿਹੜੀਆਂ ਉਹਨਾਂ ਨੂੰ ਛੋਟੇ ਸਬ ਤਹਿਸੀਲਾਂ ਵਿੱਚ ਵੀ ਭੇਜ ਦਿੱਤਾ ਹੈ। ਜਦੋਂ ਸਬ ਡਿਵੀਜ਼ਨ ਵਿੱਚ ਚਲ ਜਾਂਦੇ ਆ ਜਾਂ ਤਹਿਸੀਲਾਂ ਵਿੱਚ ਜਦੋਂ ਅਦਾਲਤਾਂ ਬਣ ਜਾਂਦੀਆਂ ਉੱਥੇ ਜੱਜਾਂ ਦੀ ਥੋੜ੍ਹੀ ਲੋੜ ਹੁੰਦੀ ਆ ਤੇ ਲੋੜ ਮੁਤਾਬਕ 2 ਵੀ ਹੋ ਸਕਦੀ, 3 ਵੀ ਹੋ ਸਕਦੀਆਂ। ਤਾਂ ਜੇ ਉਹਨੇ ਹਾਲੇ ਸਬ ਤਹਿਸੀਲ ਨਹੀਂ ਪਾਈ ਜਾਂ ਤਹਿਸੀਲ ਅਲੱਗ ਨਹੀਂ ਕੀਤੀ ਤਾਂ ਸਾਰਾ ਕੰਮ ਜ਼ਿਲ੍ਹੇ 'ਚ ਆ। ਤਾਂ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹੁੰਦੀਆਂ ਉਹ ਦੇਖਣੀਆਂ, ਜ਼ਿਲ੍ਹਾ ਕਿੰਨਾ ਵੱਡਾ ਆ, ਉਹਨੂੰ ਕਿੰਨੇ ਜੱਜਾਂ ਦੀ ਲੋੜ ਆ ਕੰਮ ਨੂੰ ਸਾਂਭਣ ਲਈ, ਉਹਦੇ ਮੁਤਾਬਕ ਗਿਣਤੀ ਜਿਹੜੀ ਆ ਉਹ ਟਾਈਮ ਟੂ ਸਰਕਾਰ ਨਿਰਧਾਰਿਤ ਕਰਦੀ ਰਹਿੰਦੀ ਆ। ਉਹਦੇ ਮੁਤਾਬਕ ਜਿਹੜੀਆਂ ਇਹ ਅਦਾਲਤਾਂ ਆ ਉਹ ਵਧੀਆਂ ਘਟੀਆਂ ਰਹਿੰਦੀਆਂ। ਯਾਨੀ ਕਹਿਣ ਦਾ ਮਤਲਬ ਆ ਕਿ ਹਰ ਜ਼ਿਲ੍ਹੇ ਵਿੱਚ ਇੱਕੋ ਜਿਹੀਆਂ ਅਦਾਲਤਾਂ ਨਹੀਂ ਹੁੰਦੀਆਂ, ਕਿਸੇ ਜ਼ਿਲ੍ਹੇ ਵਿੱਚ ਘੱਟ ਹੁੰਦੀਆਂ, ਕਿਸੇ ਵਿੱਚ ਵੱਧ ਹੁੰਦੀਆਂ। ਜਿਹਦੀ ਗਿਣਤੀ ਜ਼ਿਆਦਾ ਹੋਵੇ, ਜਿਹਦੀ ਮਤਲਬ ਲੋਕ ਜਿਹਦੇ ਵਿੱਚ ਜ਼ਿਆਦਾ ਹੋਣ, ਜਿਹਦਾ ਏਰੀਆ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਅਦਾਲਤਾਂ ਹੁੰਦੀਆਂ। ਜਿਹਦੇ ਏਰੀਆ ਤਾਂ ਲੋਕ ਥੋੜ੍ਹੇ ਹੋਣ ਉੱਥੇ ਥੋੜ੍ਹੀਆਂ ਅਦਾਲਤਾਂ ਦਾ ਸਾਦਾ ਹੋਵੇ ਉੱਥੇ ਥੋੜ੍ਹੀਆਂ ਅਦਾਲਤਾਂ ਹੁੰਦੀਆਂ। ਇੱਕ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਜਿੱਦਾਂ ਜ਼ਿਲ੍ਹਾ ਵਿਸ਼ਾਲ ਆ ਉਸ ਹਿਸਾਬ ਨਾਲ ਇਹ ਵੀ ਉਨੀਆਂ ਵਿਸ਼ਾਲ ਹੋ ਸਕਦੀਆਂ। ਸਰ ਮੇਰਾ ਇੱਕ ਤੁਹਾਡੇ ਤੋਂ ਇੱਕ ਹੋਰ ਸਵਾਲ ਹੈ, ਸਰਕਾਰੀ ਵਕੀਲ ਕੀ ਹੁੰਦੇ ਨੇ ਤੇ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ? ਦੇਖੋ, ਪਹਿਲੀ ਗੱਲ ਸਮਝ ਲਓ ਤਾਂ ਕਿ ਤੁਹਾਨੂੰ ਫਿਰ ਚਾਹੇ ਕੋਈ ਵਕੀਲ ਇਹ ਛੋਟੀ ਅਦਾਲਤ ਵਿੱਚ ਪੇਸ਼ ਹੁੰਦਾ, ਚਾਹੇ ਵੱਡੀ, ਚਾਹੇ ਉਹ ਪ੍ਰਾਈਵੇਟ ਆ, ਚਾਹੇ ਉਹ ਮਤਲਬ ਸਰਕਾਰੀ ਆ, ਇਹ ਸਾਰਿਆਂ ਦੀ ਤਕਰੀਬਨ ਕੁਆਲੀਫਿਕੇਸ਼ਨ ਇੱਕੋ ਜਿਹੀ ਹੁੰਦੀ ਆ। ਸਾਰੇ LLB ਸਾਰਿਆਂ ਨੇ ਪਾਸ ਕੀਤੀ ਹੁੰਦੀ ਆ। ਉਹ ਇੱਕ ਕਾਨੂੰਨ ਦੀ ਡਿਗਰੀ ਹੁੰਦੀ ਆ ਜਿਹਦੇ ਵਿੱਚ ਸਮਝਿਆ ਜਾਂਦਾ ਕਿ ਕੋਈ ਕਿਹੜਾ ਕਾਨੂੰਨ ਕਿੱਥੇ ਵਰਤਣਾ ਜਾਂ ਕਿੱਥੇ ਉਹਨੂੰ ਅਪਲਾਈ ਕਰਨਾ। ਤੇ ਸਰਕਾਰ ਪਾਸੋਂ ਹਰ ਗੱਲ ਪੇਸ਼ ਕਰਦੇ ਆ। ਜਿੱਦਾਂ ਕੋਈ ਮੁਜਰਮ ਫੜ ਲਿਆ ਤੇ ਉਹ ਮੁਜਰਮ ਨੂੰ ਇਹ ਸਾਬਤ ਕਰ ਲਈ ਕਿ ਇਹਨੇ ਵਾਕਈ ਚੋਰੀ ਕੀਤੀ ਆ ਜਾਂ ਜਿਹੜੇ ਖਿਲਾਫ ਇਹਦੇ ਕੇਸ ਬਣਿਆ ਇਹ ਵਾਕਈ ਇਹਨੇ ਇਹ ਜੁਰਮ ਕੀਤਾ, ਉਹ ਸਾਬਤ ਕਰਨ ਲਈ ਜਿਹੜੇ ਕਰਦੇ ਆ ਉਹ ਸਰਕਾਰੀ ਵਕੀਲ ਹੋ ਜਾਂਦੇ ਆ। ਜਿਹੜੇ ਕਹਿੰਦੇ ਆ ਵੀ ਇਸ ਮੁਜਰਮ ਨੇ ਇਹ ਕੰਮ ਨਹੀਂ ਕੀਤਾ, ਇਹ ਤੇ ਨਜਾਇਜ਼ ਕੇਸ ਪਾਇਆ, ਇਹ ਇਹਦਾ ਭਾਗੀਦਾਰ ਨਹੀਂ, ਤੇ ਉਹ ਜਿਹੜੇ ਕੇਸ ਆ ਉਹ ਆਮ ਕਰਕੇ ਪ੍ਰਾਈਵੇਟ ਵਕੀਲ ਲੜਦੇ ਆ। ਕੁਆਲੀਫਿਕੇਸ਼ਨ ਤਕਰੀਬਨ ਉਹਨਾਂ ਦੀ ਇੱਕੋ ਹੀ ਹੁੰਦੀ ਆ। ਜਿਹੜੇ ਹਾਈ ਕੋਰਟ 'ਚ ਵੀ ਲੜਦੇ ਆ, ਜਿਹੜੀ ਸੂਬੇ ਵਿੱਚ ਇੱਕ ਵੱਡੀ ਕੋਰਟ ਹੁੰਦੀ ਆ ਉਹ ਵੀ LLB ਹੁੰਦੇ ਆ। ਜਿਹੜੇ ਸੁਪਰੀਮ ਕੋਰਟ 'ਚ ਲੜਦੇ ਉਹ ਵੀ LLB ਹੁੰਦੇ ਆ। ਸਵਾਲ ਇਹ ਹੁੰਦਾ ਵੀ ਉਹ ਕਿੰਨੇ ਸੀਨੀਅਰ ਆ, ਕਿੰਨੀਆਂ ਕਿਤਾਬਾਂ ਹੋਰ ਪੜ੍ਹ ਲਈਆਂ, ਕਿੰਨਾ ਚਿਰ ਉਹਨੂੰ ਕੰਮ ਕਰਦਿਆਂ ਨੂੰ ਹੋ ਗਿਆ। ਉਹ ਸਰਕਾਰ ਫਿਰ ਉਹਨਾਂ 'ਚ ਚੋਣ ਕਰਕੇ ਉੱਥੇ ਉਹਨਾਂ ਦੀ ਅਪਾਇੰਟਮੈਂਟ ਕਰਦੀ ਆ। ਬੰਦਾ ਆਪਣਾ ਕੰਮ ਦੇਖ ਕੇ ਜਿੱਦਾਂ ਉਹਨਾਂ ਦਾ ਝਾਕਾ ਖੁੱਲ੍ਹਦਾ, ਜਿੱਦਾਂ ਕਾਨੂੰਨ ਦੇ ਮਾਹਰ ਹੁੰਦੇ ਆ, ਉਹ ਜ਼ਿਲ੍ਹਾ ਛੱਡ ਕੇ ਫਿਰ ਉਹ ਸੂਬੇ ਚਲ ਜਾਂਦੇ ਆ, ਸੂਬਾ ਛੱਡ ਕੇ ਫਿਰ ਉੱਪਰ ਵੀ ਚਲ ਜਾਂਦੇ ਆ। ਇਸ ਕਰਕੇ ਕੁਆਲੀਫਿਕੇਸ਼ਨ ਉਹਨਾਂ ਦੀ ਇੱਕੋ ਜਿਹੀ ਆ। ਉਹਨਾਂ ਦਾ ਗਿਆਨ ਵੱਧਦਾ ਘਟਦਾ ਹੋ ਸਕਦਾ ਆ, ਰਿਹਾਇਸ਼ ਦੀ ਗੱਲ ਹੋ ਸਕਦੀ ਆ, ਕੋਈ ਹੋਰ ਕਾਰਨਾਂ ਕਰਕੇ ਹੋ ਸਕਦੀ ਆ। ਯਾਨੀ ਜਿਹੜੇ ਸਰਕਾਰੀ ਵਕੀਲ ਆ ਉਹ ਸਿਰਫ ਸਰਕਾਰ ਵੱਲੋਂ ਹੀ ਪੇਸ਼ ਹੋ ਸਕਦੇ ਆ, ਪ੍ਰਾਈਵੇਟ ਤੌਰ ਤੇ ਨਹੀਂ ਪੇਸ਼ ਹੁੰਦੇ। ਸਰਕਾਰ ਦੇ ਖਿਲਾਫ ਸਰਕਾਰੀ ਜਿਹੜੇ ਕੇਸ ਆ ਉਹਨਾਂ ਵਿੱਚ ਵੀ ਕਈ ਕੇਸ ਐਸੇ ਹੁੰਦੇ ਜਿਹੜੇ ਸਰਕਾਰ ਦੇ ਖਿਲਾਫ ਕੀਤੇ ਹੁੰਦੇ ਆ, ਉਹ ਫੌਜਦਾਰੀ ਨਹੀਂ ਹੁੰਦੇ ਲੇਕਿਨ ਹੋਰ ਕਾਸੇ ਲਈ ਕੀਤੇ ਹੁੰਦੇ ਆ। ਜੇ ਸਿਵਲ ਕੇਸ ਵੀ ਜਿਹੜੇ ਆ ਗੌਰਮੈਂਟ ਦੇ ਖਿਲਾਫ ਕੀਤੇ ਜਾ ਸਕਦੇ ਆ, ਉਹਨਾਂ ਦੀ ਪੈਰਵਾਈ ਕਰਨ ਲਈ ਵੀ ਉਹ ਸਰਕਾਰੀ ਵਕੀਲ ਹੁੰਦੇ ਆ, ਉਹ ਪੇਸ਼ ਹੁੰਦੇ ਆ, ਉਹ ਜਵਾਬਦਾਰ ਹੁੰਦੇ ਆ, ਉਹ ਗਵਾਹੀਆਂ ਕਰਾਉਂਦੇ ਆ, ਉਹ ਬਹਿਸ ਕਰਦੇ ਆ, ਉਹ ਕੇਸ ਵਿੱਚ ਜਿੱਤਦੇ ਆ ਜਾਂ ਹਾਰਦੇ ਆ। ਇਸ ਕਰਕੇ ਸਟੇਟ 'ਤੇ ਜਿਹੜਾ ਵੀ ਕੇਸ ਬਣ ਗਿਆ ਜਾਂ ਜਿਹੜਾ ਵੀ ਸਟੇਟ ਨੇ ਕੇਸ ਕਿਸੇ 'ਤੇ ਬਣਾਤਾ ਉਹ ਸਰਕਾਰੀ ਵਕੀਲਾਂ ਨੇ ਲੜਨਾ, ਦੂਜੀ ਧਿਰ ਆਪਣੇ ਪ੍ਰਾਈਵੇਟ ਵਕੀਲ ਕਰ ਲੈਂਦੇ ਆ। ਇਹਨਾਂ ਵਿੱਚ ਸਿਰਫ ਇਹ ਫਰਕ ਆ ਕਿ ਜਿਹੜਾ ਸਰਕਾਰ ਦੀ ਤਰਫੋਂ ਲੜੇਗਾ ਉਹ ਸਰਕਾਰੀ ਵਕੀਲ ਹੋਵੇਗਾ, ਜਿਹੜਾ ਦੂਜੇ ਪਾਸੇ ਹੋਵੇਗਾ ਉਹ ਪ੍ਰਾਈਵੇਟ ਵਕੀਲ ਹੋਵੇਗਾ। ਲੇਕਿਨ ਇਹ ਨਹੀਂ ਕਿ ਕੁਆਲੀਫਿਕੇਸ਼ਨ ਜਾਂ ਉਮਰ 'ਚ ਕੋਈ ਫਰਕ ਆ। ਕੁਆਲੀਫਿਕੇਸ਼ਨ ਦੋਨਾਂ ਦੀ ਇੱਕੋ ਜਿਹੀ ਹੁੰਦੀ ਆ। ਦੋਨੇ ਪਹਿਲਾਂ ਗ੍ਰੈਜੂਏਟ ਹੋਣੇ ਚਾਹੀਦੇ ਆ, ਫਿਰ ਉਹ ਜਿੱਦਾਂ ਕੋਰਸ ਆਵੇ ਫਿਰ ਉਹ ਲਾਅ ਦੀ ਡਿਗਰੀ ਉਹਨਾਂ ਦੇ ਕੋਲ ਹੋਣੀ ਚਾਹੀਦੀ ਆ। ਉਹ ਤੋਂ ਬਾਅਦ ਉਹ ਲਾਇਸੈਂਸ ਲੈ ਲੈਂਦੇ ਆ। ਜਦੋਂ ਫਿਰ ਉਹਨੂੰ ਬਾਹਰ ਕੌਂਸਲ ਇੱਕ ਅਦਾਰਾ ਆਇਆ, ਇੰਡੀਪੈਂਡੈਂਟ ਅਦਾਰਾ ਆਇਆ ਜਿਹੜਾ ਫਿਰ ਉਹ ਲਾਇਸੈਂਸ ਦਿੰਦਾ ਕਿ ਹਾਂ ਵੀ ਤੂੰ ਹੁਣ ਕੁਆਲੀਫਿਕੇਸ਼ਨ ਸਾਰੀ ਪੂਰੀ ਕਰਦਾ, ਸ਼ਰਤਾਂ ਤੂੰ ਪੂਰੀਆਂ ਕਰਦਾ ਤਾਂ ਤੂੰ ਹੁਣ ਮੁਕੱਦਮੇ ਲੜ ਸਕਦਾ, ਤਾਂ ਤੂੰ ਹੁਣ ਜਾ ਸਕਦਾ। ਉਹ ਜਾ ਕੇ ਫਿਰ ਮੁਕੱਦਮੇ ਲੜ ਲੈਂਦੇ ਆ। ਸੋ ਸਰਕਾਰੀ ਵਕੀਲ ਜਿਹੜਾ ਸਰਕਾਰ ਦੀ ਕੇਸਾਂ ਦੀ ਪੈਰਵਾਈ ਕਰਦੇ, ਦੂਜੇ ਵਕੀਲ ਪ੍ਰਾਈਵੇਟ ਵਕੀਲ ਜਿਹਨੂੰ ਕਹਿੰਦੇ ਆ ਉਹ ਜਿਹੜੇ ਪ੍ਰਾਈਵੇਟ ਤੌਰ ਤੇ ਕਿਸੇ ਕੇਸ ਦੀ ਪੈਰਵਾਈ। ਇੱਕ ਸਵਾਲ ਸੀ ਕਿ ਜਿਹੜੇ ਕੰਪਲੇਂਟ ਕੇਸ ਹੁੰਦੇ ਆ ਇਹ ਕੀ ਹੁੰਦੇ ਆ? ਕੰਪਲੇਂਟ ਕੇਸ ਦੇ
ਇੱਦਾਂ ਆ ਬਈ ਫਰਜ਼ ਕਰੋ ਵੀ ਤੁਸੀਂ ਕੋਈ ਕੇਸ ਕਿਸੇ ਦੇ ਬਰਖਲਾਫ ਕਰਾਓਗੇ ਵੀ ਇਹਨੇ ਮੈਨੂੰ ਮਾਰਿਆ, ਉਹਦੀ ਜਾਂ ਅਪਰੋਚ ਕਹਿ ਲਓ, ਜਾਂ ਮੌਕੇ ਦੇ ਅਫਸਰ ਨੂੰ ਸਮਝ ਨਹੀਂ ਲੱਗੀ, ਜਾਂ ਉੱਧਰ ਦੀ ਰਿਆਇਤ ਕਰ ਦਿੱਤੀ, ਜਾਂ ਕਿਸੇ ਕਾਰਨ ਕਰਕੇ ਉਹ ਜਿਹੜੇ ਤੁਹਾਡੇ ਕੇਸ ਰਜਿਸਟਰ ਨਹੀਂ ਕਰਦੇ, ਤੁਸੀਂ ਕਹਿੰਦੇ ਹੋ ਮੇਰਾ ਕੇਸ ਸਰਕਾਰ ਉਹਦੇ ਖਿਲਾਫ ਇਹ ਕੇਸ ਕੀਤਾ ਜਾਵੇ, ਉਹ ਕਹਿੰਦੇ ਕੇਸ ਬਣਦਾ ਨਹੀਂ ਜਾਂ ਉਹ ਕਰਦੇ ਨਹੀਂ, ਤਾਂ ਤੁਸੀਂ ਦੁਖੀ ਆ, ਤੁਸੀਂ ਗਰੀਬ ਦੇ ਵੀ ਉਹਦੇ ਖਿਲਾਫ ਇਹ ਕੇਸ ਹੋਣਾ ਚਾਹੀਦਾ ਆ। ਮੈਂ ਸ਼ਿਕਾਇਤ ਦਿੱਤੀ ਆ, ਇਹਨੇ ਕਿਉਂ FI ਦਰਜ ਨਹੀਂ ਕੀਤੀ, ਕਿਉਂ ਉਹਦੇ ਖਿਲਾਫ ਕੇਸ ਨਹੀਂ ਬਣਾਇਆ। ਤੇ ਜੇ ਫਿਰ ਤੁਸੀਂ ਉਹ ਉਦਮ ਤੁਸੀਂ ਕਰ ਲਓ, ਤੁਸੀਂ ਕੰਪਲੇਂਟ ਫਾਈਲ ਕਰਦੇ ਹੋ, ਇਹਨੇ ਸਗਾ ਸਾਹਿਬ ਵੀ ਕਹਿੰਦੇ ਪੰਜਾਬੀ ਦੇ ਵਿੱਚ, ਤੇ ਜੇ ਉਹ ਆਪਣੇ ਵਕੀਲ ਨੂੰ ਕਹੋ ਉਹ ਆਪ ਕੇਸ ਬਣਾ ਕੇ ਤੋਂ ਕੇਸ ਕਰਦੇ ਦੇ ਵਿੱਚ ਲਿਖਦੇ ਆ ਵੀ ਇਹ ਕੇਸ ਇੰਨੇ ਚਿਰ ਦਾ ਹੋਇਆ, ਇਹਦੀ ਘਟਨਾ ਦਾ ਦਿਨ ਆ ਇਸ ਬੰਦੇ ਤੇ ਜੇ ਤੇ ਮੈਂ ਕੇਸ ਕੀਤਾ, ਉਹਨਾਂ ਆਹ ਕਸੂਰ ਕੀਤੇ ਆ ਜਾਂ ਉਹਨਾਂ ਅਟੈਂਪਟ ਕੀਤੀਆਂ ਆ। ਮੈਂ ਥਾਣੇ ਗਿਆ ਸੀ, ਮੈਂ ਇੱਕ ਵਾਰ ਗਿਆ ਸੀ, 2 ਵਾਰ ਗਿਆ ਸੀ, ਮੇਰੇ ਬਾਰ-ਬਾਰ ਜਾਣ 'ਤੇ ਉਹ ਦੂਜੀ ਧਿਰ ਦੇ ਖਿਲਾਫ ਕਈ ਕਾਰਨਾਂ ਕਰਕੇ ਜਿਹੜਾ ਕੇਸ ਰਜਿਸਟਰ ਨਹੀਂ ਹੋਇਆ। ਜਦੋਂ ਉਹਦੀ ਮੇਰੀ ਥਾਣੇ 'ਚ ਨਹੀਂ ਸੁਣੀ ਗਈ, ਮੈਂ ਜਦ ਕਿ ਜੈਨ ਨੂੰ ਜਾ ਕੇ ਠੀਕ ਆ, ਅਤੇ ਫਿਰ ਮੈਂ ਇਹ ਜਿਹੜੇ ਕੰਪਲੇਂਟ ਤਾਂ ਕੀਤੀ ਹੈ। ਅਤੇ ਜਦੋਂ ਸਰਕਾਰੀ ਤੌਰ 'ਤੇ ਕੋਈ ਥਾਣੇਦਾਰ ਜਾਂ ਜਿੱਥੇ ਉਹ ਕੇਸ ਦਰਜ ਕਰਵਾਉਣਾ ਚਾਹੁੰਦੇ ਆ ਉਹਨਾਂ ਦਾ ਦਰਜ ਨਾ ਕਰਨ, ਤਾਂ ਫਿਰ ਤੁਹਾਡੇ ਕੋਲ ਇਹ ਹੱਕ ਹੈਗਾ ਆਮ ਨਾਗਰਿਕ ਕੋਲ ਕਿ ਤੁਸੀਂ ਇੱਕ ਇਸ਼ਤਿਹਾਰ ਪਾ ਸਕਦੇ ਆ, ਇੱਕ ਕੰਪਲੇਂਟ ਕਰ ਸਕਦੇ ਆ, ਜਿਹਦੇ ਵਿੱਚ ਸਾਰੀ ਡਿਟੇਲ ਦਾ ਜੋ ਵਕੀਲਾਂ ਨੂੰ ਕਰਨਾ ਹੁੰਦਾ। ਤੁਸੀਂ ਆਪਣਾ ਜਿਹੜਾ ਦੁੱਖ ਆ ਉਹ ਜਾ ਕੇ ਵਕੀਲਾਂ ਨੂੰ ਦੱਸਣਾ ਹੁੰਦਾ, ਵਕੀਲ ਉਹਦੇ ਮੁਤਾਬਕ ਕੇਸ ਫਾਈਲ ਕਰਦੇ ਆ, ਉਹਨੂੰ ਤਾਂ ਜੱਜ ਪੜ੍ਹਦੇ ਪਹਿਲੀ ਨਜ਼ਰੇ ਜੇ ਸਮਝਦੇ ਆ ਵੀ ਇਹ ਕੰਪਲੇਂਟ ਠੀਕ ਆ ਲੱਗਦੀ ਆ, ਇਹ ਹੋਣੀ ਚਾਹੀਦੀ ਆ, ਜਾਂ ਇਹਦੇ ਵਿੱਚ ਉਹ ਸ਼ਰਤਾਂ ਪੂਰੀਆਂ ਜਿਹੜੀਆਂ ਕੰਪਲੇਂਟ ਹੋਣੀਆਂ ਚਾਹੀਦੀਆਂ, ਉਹ ਫਿਰ ਜਿੱਦਾਂ ਆਮ ਕੇਸਾਂ ਵਿੱਚ ਆ ਉਹ ਸਮਨ ਭੇਜ ਕੇ ਦੂਜੀ ਧਿਰ ਨੂੰ ਕਹਿੰਦੇ ਤੇਰੇ ਖਿਲਾਫ ਫਲਾਣੇ ਨੇ ਮੁਕੱਦਮਾ ਕੀਤਾ, ਕੰਪਲੇਂਟ ਕੀਤੀ ਆ, ਤੁਸੀਂ ਹਾਜ਼ਰ ਹੋਵੋ। ਉਹ ਆ ਜਾਂਦੇ ਆ ਤਾਂ ਕੰਪਲੇਂਟ ਕੇਸ ਵੀ ਸ਼ੁਰੂ ਹੋ ਜਾਂਦਾ। ਜਦੋਂ ਫਿਰ ਉਹਨੂੰ ਜੱਜ ਮਤਲਬ ਸੁਣਨ ਲੱਗ ਪੈਂਦਾ, ਉਹ ਤਕਰੀਬਨ ਸਰਕਾਰੀ ਕੇਸ ਹੀ ਬਣ ਜਾਂਦਾ। ਤਾਂ ਕੰਪਲੇਂਟ ਕੇਸ ਦਾ ਆ ਤੇ ਜਿਹੜਾ ਕੇਸ ਤੁਸੀਂ ਪ੍ਰਾਈਵੇਟ ਤੌਰ 'ਤੇ ਦਾਇਰ ਕਰੋ, ਉਹ ਕੇਸ ਜਿਹੜਾ ਤੁਹਾਡਾ ਜਿਸ ਸਮੇਂ ਤੁਸੀਂ ਦਰਜ ਕਰਾਉਣ ਗਏ ਸੀ ਤੇ ਤੁਹਾਡਾ ਥਾਣੇਦਾਰ ਨੇ ਕਿਸੇ ਕਾਰਨ ਕਰਕੇ ਜਾਂ ਕਈ ਕਾਰਨਾਂ ਕਰਕੇ ਦਰਜ ਨਹੀਂ ਕੀਤਾ, ਉਹ ਤੁਸੀਂ ਆਪ ਕਰ ਸਕਦੇ। ਸਰ ਮੇਰਾ ਅਗਲਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਜਿਹੜੀਆਂ ਫੌਜਦਾਰੀ ਅਦਾਲਤਾਂ ਹੁੰਦੀਆਂ ਨੇ ਇਹ ਇਕੱਲੇ ਜ਼ਿਲ੍ਹੇ ਤੱਕ ਹੀ ਸੀਮਿਤ ਹੁੰਦੀਆਂ? ਦੇਖੋ ਇਹ ਅਦਾਲਤਾਂ ਵੀ ਮਤਲਬ ਤਹਿਸੀਲਾਂ ਤੋਂ ਲੈ ਕੇ ਜ਼ਿਲ੍ਹੇ ਤੱਕ, ਜ਼ਿਲ੍ਹੇ ਤੋਂ ਬਾਅਦ ਦੇਖੋ ਜਿਹੜੇ ਝਗੜੇ ਫਿਰ ਜ਼ਿਲ੍ਹੇ ਵਿੱਚ ਖਤਮ ਹੋ ਜਾਂਦੇ, ਜਿਹੜੇ ਤਾਂ ਖਤਮ ਹੋ ਜਾਂਦੇ, ਜਿੱਥੇ ਖਤਮ ਹੋ ਜਾਂਦੇ ਆ ਸਾਰੇ ਕੇਸ, ਜਿਹੜਾ ਕੋਈ ਕੇਸ ਥੱਲੇ ਖਤਮ ਹੋ ਜਾਵੇ, ਪਹਿਲੀ ਅਦਾਲਤ ਵਿੱਚ ਖਤਮ ਹੋ ਜਾਵੇ ਤੇ ਬਸ ਉਹਨੇ ਸਮਝ ਲਓ ਵੀ ਉਹੀ ਅਦਾਲਤ ਆਖਰੀ ਹੁੰਦੀ ਆ। ਪਰ ਜੇ ਉਹਦੇ ਖਿਲਾਫ ਇੱਕ ਧਿਰ ਅਪੀਲ ਕਰ ਦੇਵੇ, ਚਾਹੇ ਫੌਜਦਾਰੀ ਹੋਵੇ ਚਾਹੇ ਦੂਜਾ ਹੋਵੇ, ਤਾਂ ਵੱਡੀ ਅਦਾਲਤ ਜਾਣਾ, ਤਾਂ ਸੈਸ਼ਨ ਜੱਜ ਫੌਜਦਾਰੀ ਦੇ ਵਿੱਚ ਉਹਨੂੰ ਸੈਸ਼ਨ ਜੱਜ ਕਹਿੰਦੇ ਆ, ਜਿਹੜਾ ਫਿਰ ਝਗੜੇ ਸੁਣਦਾ ਜਾਂ ਅਪੀਲ ਸੁਣਦਾ। ਕਈ ਕੇਸ ਉਹਦੇ ਸਿੱਧੇ ਲੱਗ ਜਾਂਦੇ ਆ, ਜਿਹੜੇ ਸੀਰੀਅਸ ਹੁੰਦੇ ਆ, ਜਿਹੜੇ ਛੋਟੇ ਕੇਸ ਹੁੰਦੇ ਛੋਟੀਆਂ ਅਦਾਲਤਾਂ ਵਿੱਚ ਲੱਗਦੇ ਆ। ਛੋਟੀਆਂ ਅਦਾਲਤਾਂ ਦੇ ਜੱਜਾਂ ਨੂੰ ਅਸੀਂ JMSC ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਕਹਿੰਦੇ ਆ, ਉਹਨਾਂ ਅਦਾਲਤਾਂ ਵਿੱਚ ਚੱਲਦੇ ਆ। ਉਹ ਤੋਂ ਬਾਅਦ ਫਿਰ ਉਹ ਜ਼ਿਲ੍ਹੇ ਦੇ ਸੈਸ਼ਨ ਜੱਜ ਵਿੱਚ ਚੱਲ ਜਾਂਦੇ ਆ। ਹੁਣ ਫਰਕ ਕਰ ਲਓ, ਜ਼ਿਲ੍ਹੇ ਸੈਸ਼ਨ ਜੱਜ ਨੇ ਉਹ ਸਜ਼ਾ ਬਹਾਲ ਰੱਖੀ ਆ ਜਿਹੜੀ ਥੱਲੇ ਨੂੰ ਹੋਈ ਆ, ਤੇ ਤੁਸੀਂ ਚੁੱਪ ਕਰਕੇ ਤਾਂ ਬੈਠੋਗੇ ਨਹੀਂ, ਤੁਸੀਂ ਫੇਕੋਗੇ ਕਿ ਮੈਨੂੰ ਨਜਾਇਜ਼ ਮੇਰੀ ਸੁਣੀ ਨਹੀਂ ਗਈ, ਤੁਸੀਂ ਅਪੀਲ ਕਰਨੀ ਚਾਹੋਗੇ। ਤਾਂ ਜਦੋਂ ਤੁਸੀਂ ਅਪੀਲ ਕਰੋਗੇ ਤਾਂ ਫਿਰ ਜ਼ਿਲ੍ਹੇ ਤੋਂ ਬਾਅਦ ਉਹ ਫਿਰ ਤੁਸੀਂ ਹਾਈ ਕੋਰਟ 'ਚ ਕਰੋਗੇ, ਜਿਹੜਾ ਤੁਹਾਨੂੰ ਸੂਬਾ ਲੱਗਦਾ, ਉਹ ਜਿਹੜੀ ਰਾਜਧਾਨੀ ਆ ਜਿੱਥੇ ਹਾਈ ਕੋਰਟ ਸਥਿਤ ਆ, ਉੱਥੇ ਹਾਈ ਕੋਰਟ ਦੇ ਵਿੱਚ ਜਾ ਕੇ ਤੁਸੀਂ ਅਜਿਹਾ ਕੇਸ ਕਰੋਗੇ ਤੇ ਉਹ ਹਾਈ ਕੋਰਟ ਤੱਕ ਆ। ਤੋਂ ਫਿਰ ਜੇ ਤੁਸੀਂ ਹਾਈ ਕੋਰਟ ਦੇ ਫੈਸਲੇ ਤੋਂ ਵੀ ਇੱਕ ਧਿਰ ਸੰਤੁਸ਼ਟ ਨਹੀਂ ਵੀ ਮੈਨੂੰ ਸਜ਼ਾ ਮਾਫ, ਉਹਦੀ ਸਜ਼ਾ ਮਾਫ ਕਿਉਂ ਕੀਤੀ ਆ, ਜਾਂ ਉਹ ਕਹਿੰਦਾ ਮੇਰੀ ਸਜ਼ਾ ਮਾਫ ਕਿਉਂ ਨਹੀਂ ਹੋਈ, ਜਾਂ ਦੂਜੀ ਧਿਰ ਕਹਿੰਦੀ ਇਹਦੀ ਮਾਫ ਕਿਉਂ ਕੀਤੀ ਆ, ਉਹ ਜਿਹੜੀ ਕੋਈ ਐਸੀ ਧਿਰ ਆ ਉਹਦੇ ਸੂਬੇ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਾਣਾ ਚਾਹਵੇ ਤੇ ਉਹ ਸੁਪਰੀਮ ਕੋਰਟ ਚੱਲ ਜਾਂਦੇ ਆ। ਸੁਪਰੀਮ ਕੋਰਟ ਜਿਹੜੀ ਆ ਉਹ ਇੱਕੋ ਹੀ ਹੁੰਦੀ ਕੋਰਟ ਜਿਹੜੀ ਆਮ ਕਰਕੇ ਸਾਡੀ ਦਿੱਲੀ ਦੀ ਰਾਜਧਾਨੀ 'ਚ ਬੈਠਦੀ ਆ, ਤੇ ਉਹ ਜਿੱਥੇ ਬੈਠਦੇ ਆ ਉੱਥੇ ਉਹ ਜਿਹੜੀ ਅਦਾਲਤਾਂ ਵੀ ਸਾਰੀਆਂ ਅਦਾਲਤਾਂ ਉੱਪਰ ਤੱਕ ਜਾਂਦੀਆਂ, ਜਿਹੜੀ ਆਖਰੀ ਅਦਾਲਤ ਹੈ ਸੁਪਰੀਮ ਕੋਰਟ ਤੱਕ। ਇਹ ਨੇ ਜ਼ਿਲ੍ਹੇ ਵਿੱਚ ਤਾਂ ਸਭ ਤੋਂ ਵੱਡਾ ਅਫਸਰ ਜਿਹੜਾ ਆ ਉਹ ਮੈਂ ਤੁਹਾਨੂੰ ਦੱਸਿਆ ਕਿ ਫੌਜਦਾਰੀ ਕੇਸਾਂ ਵਿੱਚ ਸੈਸ਼ਨ ਜੱਜ ਆ, ਦੂਜੇ ਕੇਸਾਂ ਵਿੱਚ ਡਿਸਟ੍ਰਿਕਟ ਜੱਜ ਨੂੰ ਕਹਿ ਦਿੰਦੇ ਆ। ਇੱਦਾਂ ਫਿਰ ਹਾਈ ਕੋਰਟ ਚੱਲ ਜਾਂਦੇ ਆ। ਹਾਈ ਕੋਰਟ ਤੋਂ ਬਾਅਦ ਜੇ ਕੋਈ ਪਾਰਟੀ ਠੀਕ ਨਹੀਂ ਸਮਝੀ ਵੀ ਮੈਨੂੰ ਇਨਸਾਫ ਨਹੀਂ ਹੋਇਆ, ਆਪਣੀ ਹੋਰ ਗੱਲ ਅੱਗੇ ਵਧੀਆ ਤਰੀਕੇ ਨਾਲ ਤੁਸੀਂ ਚਾਹੁੰਦੀ ਆ,
ਉਹ ਸੁਪਰੀਮ ਕੋਰਟ ਵੀ ਜਾ ਸਕਦੀ ਆ ਤੇ ਆਪਣੇ ਇਨਸਾਫ ਲਈ ਉਹ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾ ਸਕਦੀ ਆ। ਕੋਈ ਸਾਰੀਆਂ ਅਦਾਲਤਾਂ ਉੱਪਰ ਤੱਕ ਜਾਂਦੀਆਂ ਔਰ ਹਰ ਬੰਦਾ ਉੱਥੇ ਤੱਕ ਜਾ ਸਕਦਾ ਜਿੱਥੇ ਤੱਕ ਚਾਹੇ, ਪਰ ਉੱਥੇ ਤੱਕ ਜਾ ਸਕਦਾ ਜਿੱਥੇ ਤੱਕ ਇਨਸਾਫ ਨਹੀਂ ਮਿਲੇ। ਸਰ ਤੁਹਾਡੇ ਤੋਂ ਇੱਕ ਹੋਰ ਮੇਰਾ ਸਵਾਲ ਹੈ ਕਿ ਜਿਹੜੀਆਂ ਫੌਜਦਾਰੀਆਂ ਤੇ ਸਿਵਲ ਕੋਰਟ ਹੁੰਦੇ ਆ ਇਹ ਅਲੱਗ-ਅਲੱਗ ਹੁੰਦੀਆਂ ਨੇ ਕਿ ਇੱਕੋ ਹੁੰਦੀਆਂ ਨੇ? ਨਹੀਂ, ਇੱਕੋ ਹੀ ਅਦਾਲਤ ਆ। ਜਦੋਂ ਤੇ ਉਹ ਜਦੋਂ ਫਰਜ਼ ਕਰੋ ਕੋਈ ਸਿਵਲ ਕੇਸ ਹੁੰਦੀ ਹੈ ਤੇ ਉਹ ਸਿਵਲ ਕੋਰਟ ਜਾਣੀ ਦੀਵਾਨੀ ਕੇਸ ਸੁਣਦੇ ਆ, ਉਹ 'ਚ ਝਗੜੇ ਦੀ ਕੋਈ ਗੱਲ ਨਹੀਂ। ਜਿਹਦੇ ਵਿੱਚ ਤੁਸੀਂ ਕਿਸੇ ਕਾਨੂੰਨ ਤੁਹਾਡਾ ਕੋਈ ਜੁਰਮ ਕੀਤਾ ਜਿਹੜਾ ਤੁਹਾਨੂੰ ਪੁਲਿਸ ਨੇ ਫੜ ਕੇ ਪੇਸ਼ ਕੀਤਾ, ਜਿਹੜਾ ਸਟੇਟ ਦੇ ਖਿਲਾਫ ਕੀਤਾ, ਉਹ ਫੌਜਦਾਰੀ। ਉਹ ਇੱਕੋ ਹੀ ਜੱਜ ਉਹ ਜਦੋਂ ਤੇ ਫੌਜਦਾਰੀ ਕੇਸ ਸੁਣ ਰਿਹਾ ਤਾਂ ਉਹਨੂੰ ਫੌਜਦਾਰੀ ਜੱਜ ਕਹਿਣਾ। ਜੇ ਫਰਕ ਲਓ ਤੁਸੀਂ ਕਿਸੇ ਨੇ ਚੋਰੀ ਕੀਤੀ ਆ, ਉਹਨੂੰ ਸੁਣ ਰਿਹਾ ਤੂੰ ਚੋਰੀ ਕਿਉਂ ਕੀਤੀ ਆ, ਉਹ ਚੋਂ ਉਹਨੂੰ ਸੁਣ ਕੇ ਜਾਂ ਬਰੀ ਕਰਨਾ ਜਾਂ ਸਜ਼ਾ ਦੇਣੀ ਆ, ਤਾਂ ਉਹਨੂੰ ਕਹਾਂਗੇ ਫੌਜਦਾਰੀ ਜੱਜ ਆ। ਆਮ ਕਰਕੇ JMIC ਕਹਿੰਦੇ ਆ, ਮੈਜਿਸਟਰੇਟ ਫਸਟ ਕਲਾਸ, ਠੀਕ ਹੈ ਜੀ। ਤਾਂ ਲੇਕਿਨ ਜੇ ਤੁਹਾਡਾ ਕੋਈ ਜ਼ਮੀਨ ਦੀ ਵੰਡ ਦਾ ਕੇਸ ਆ ਜਾਂਦਾ ਤੇ ਤੁਸੀਂ ਆਪਣੇ ਘਰ ਦੀ ਤਕਸੀਮ ਕਰ ਰਹੀ ਆ ਜਾਂ ਕੋਈ ਹੋਰ ਝਗੜਾ ਆ ਜਾਂਦਾ, ਮਤਲਬ ਜਿਹੜਾ ਫੌਜਦਾਰੀ ਨਹੀਂ, ਤਾਂ ਉਹਨੂੰ ਉਸੇ ਜੱਜ ਨੂੰ ਅਸੀਂ ਸਿਵਲ ਜੱਜ ਕਹਾਂਗੇ ਵੀ ਇਹ ਸਿਵਲ ਜੱਜ ਦੀਵਾਨੀ ਜੱਜ ਆ। ਮਤਲਬ ਜੱਜ ਉਹ ਹੀ ਹੁੰਦਾ ਜਦੋਂ ਜਿਸ ਗੱਲ ਨੂੰ ਸੁਣਦਾ ਉਹਦਾ ਪੋਜੀਸ਼ਨ ਬਣ ਜਾਂਦਾ। ਜੇ ਤੁਸੀਂ ਹੋਰ ਇਹਨੂੰ ਪੰਜਾਬੀ ਭਾਸ਼ਾ 'ਚ ਸਮਝਣਾ ਹੋਵੇ ਤਾਂ ਜਿੱਦਾਂ ਇੱਕ ਬੰਦਾ ਆ, ਉਹਨੂੰ ਘਰ ਉਹਦੇ ਬੱਚੇ ਡੈਡੀ ਕਹਿੰਦੇ ਆ, ਉਹ ਆਪਣੇ ਭਤੀਜਿਆਂ ਨੂੰ ਮਿਲਣ ਚਲ ਜਾਂਦਾ, ਵੱਡੇ ਭਰਾ ਦੇ ਪਿੰਡ ਚਲ ਜਾਂਦਾ, ਤੇ ਉਸੇ ਹੀ ਤੁਹਾਡੇ ਡੈਡੀ ਨੂੰ ਉਹ ਜੇ ਉਹਦੇ ਵੱਡੇ ਭਰਾ ਦੇ ਬੱਚੇ ਆ ਉਹ ਕਹਿਣਗੇ ਚਾਚਾ ਜੀ ਆਏ ਆ। ਜੇ ਤੁਸੀਂ ਆਪਣੀ ਭੈਣ ਨੂੰ ਮਿਲਣ ਚਲ ਗਏ ਤਾਂ ਉੱਥੇ ਦੇ ਬੱਚੇ ਤੁਹਾਨੂੰ ਕਹਿਣਗੇ ਮਾਮਾ ਜੀ ਆ ਗਏ। ਜੇ ਤੁਸੀਂ ਮਤਲਬ ਜਿੱਦਾਂ ਤੁਸੀਂ ਜਾਂਦੇ ਆ ਉਹਦਾ ਤੁਹਾਡਾ ਨਾਂ ਤਾਂ ਸਟੇਟਸ ਬਦਲ ਜਾਂਦਾ, ਇੱਦਾਂ ਹੀ ਜੱਜਦਾ ਆ। ਜੇ ਫੌਜਦਾਰੀ ਆ ਤੇ ਉਹ ਫੌਜਦਾਰੀ ਜੱਜ ਆ, ਜੇ ਉਹਦੇ ਮੂਹਰੇ ਸਿਵਲ ਕੇਸ ਆ ਤੇ ਉਹਨੂੰ ਸਿਵਲ ਜੱਜ ਕਹਿੰਦੇ ਆ। ਬੰਦਾ ਉਹੀ ਹੁੰਦਾ, ਅਦਾਲਤ ਵੀ ਉਹੀ ਹੁੰਦਾ, ਕੰਧਾਂ ਵੀ ਉਹੀ ਹੁੰਦੀਆਂ, ਹਾਂਜੀ। ਉਹਨਾਂ ਦਾ ਜਿਹੜਾ ਰੀਡਰ ਹੈ ਉਹ ਵੀ ਉਹੀ ਹੁੰਦਾ, ਜਿਹੜਾ ਉਹਨਾਂ ਦਾ ਸਟੈਨੋ ਹੁੰਦਾ ਉਹ ਵੀ ਉਹੀ ਹੁੰਦਾ, ਬਾਜਾ ਮਾਰਨ ਵਾਲਾ ਵੀ ਉਹੀ ਹੁੰਦਾ, ਹਾਂਜੀ। ਸਿਰਫ ਇਹ ਆ ਵੀ ਉਹ ਕੇਸ ਕਿੱਦਾਂ ਦਾ ਸੁਣ ਰਿਹਾ। ਜੇ ਫੌਜਦਾਰੀ ਸੁਣ ਰਿਹਾ ਤੇ ਫੌਜਦਾਰੀ ਜੱਜ ਹੋਏਗਾ, ਤਾਂ ਜੇ ਉਹ ਸਿਵਲ ਸੁਣ ਰਿਹਾ, ਦੀਵਾਨੀ ਸੁਣ ਰਿਹਾ, ਤਾਂ ਸਿਵਲ ਜੱਜ ਜਾਂ ਦੀਵਾਨੀ ਜੱਜ ਹੋਏਗਾ। ਮਤਲਬ ਬੰਦਾ ਉਹ ਹੀ ਹੋਏਗਾ ਜਿੱਦਾਂ ਦੇ ਉਹਦੇ ਕੋਲ ਕੇਸ ਆ। ਜਿੱਦਾਂ ਹੁਣ ਉਹ ਕਿਰਾਏ ਦਾ ਕੇਸ ਸੁਣ ਰਿਹਾ ਤਾਂ ਉਹਨੂੰ ਰੈਂਟ ਕੰਟਰੋਲਰ ਕਹਿਣਗੇ ਤੇ ਇਹ ਰੈਂਟ ਕੰਟਰੋਲਰ ਆ, ਹਾਂਜੀ। ਤੇ ਉਹ ਉਸ ਕੇਸ ਲਈ ਰੈਂਟ ਕੰਟਰੋਲਰ ਆ। ਜਦੋਂ ਅਗਲੀ ਆਵਾਜ਼ ਪਏਗੀ ਉਸੇ ਜੱਜ ਦੇ ਮੂਹਰੇ ਤੇ ਉਹ ਜ਼ਮੀਨ ਦੀ ਤਕਸੀਮ ਦਾ ਹੋਗਾ, ਘਰ ਦੀ ਤਕਸੀਮ ਦਾ ਹੋਏਗਾ, ਉਹ ਸਿਵਲ ਜੱਜ ਹੋਵੇਗਾ। ਜੇ ਉਹ ਤੋਂ ਬਾਅਦ ਕੋਈ ਕੇਸ ਅਗਲਾ ਕੇਸ ਲੱਗ ਜਾਂਦਾ, ਆਵਾਜ਼ ਪੈ ਜਾਂਦੀ ਆ, ਉਹਨੇ ਆਪੋ ਵਿੱਚ ਦੋ ਧਿਰਾਂ ਨੇ ਝਗੜਾ ਕੀਤਾ ਆ, ਉਹਨਾਂ ਨੂੰ ਸੁਣ ਕੇ ਸਜ਼ਾ ਦੇਣੀ ਆ ਜਾਂ ਦੋਨਾਂ ਨੂੰ ਬਰੀ ਕਰਨਾ ਆ, ਤੇ ਉਹ ਫੌਜਦਾਰੀ ਜੱਜ। ਯਾਨੀ ਜੱਜ ਇੱਕ, ਅਦਾਲਤ ਵੀ ਇੱਕ, ਔਰ ਉਹਨਾਂ ਦਾ ਸਟਾਫ ਵੀ ਇੱਕ, ਲਗਭਗ ਇੱਕ। ਸਿਰਫ ਕੇਸ ਕਿੱਦਾਂ ਦੇ ਉਹ ਫੈਸਲੇ ਕਰ ਰਿਹਾ ਹੈ ਨਾ, ਜਿੱਦਾਂ ਮੈਂ ਤੁਹਾਨੂੰ ਦੂਜੀ ਧਾਰ ਦੇ ਕੇ ਰੱਖੀ ਆ, ਜਿੱਦਾਂ ਦੇ ਉਹ ਕੇਸ ਕਰਦੇ ਆ, ਜਿੱਦਾਂ ਦੇ ਲੋਕ ਮੂਹਰੇ ਪੇਸ਼ ਹੁੰਦੇ ਆ, ਉਸ ਹਿਸਾਬ ਨਾਲ ਜੱਜ ਦਾ ਨਾਂ ਜਿਹੜਾ ਬਦਲ ਜਾਂਦਾ। ਲੇਕਿਨ ਉਹਦਾ ਬਦਲ ਜਾਂਦਾ, ਨਾਂ ਤਾਂ ਉਹੀ ਰਹਿੰਦਾ ਜਿਹੜਾ ਉਹਦਾ ਹੋਊਗਾ, ਹੈ ਨਾ। ਪਰ ਉੱਦਾਂ ਵੀ ਅਦਾਲਤ ਦਾ ਨਾਂ ਬਦਲ ਜਾਂਦਾ ਤੇ ਸਾਡਾ ਜੀ ਦੀਵਾਨੀ ਅਦਾਲਤ 'ਚ ਲੱਗਾ, ਸਾਡਾ ਜੀ ਫੌਜਦਾਰੀ 'ਚ ਲੱਗਾ ਆ, ਸਾਡਾ ਜੀ ਦੂਜਿਆ ਮਾਲ ਮਹਿਕਮੇ 'ਚ ਲੱਗਾ, ਜੇ ਜ਼ਮੀਨ ਦਾ ਆ, ਜ਼ਮੀਨ ਦੀ ਤਕਸੀਮ ਦਾ ਆ, ਜਾਂ ਹੋਰ ਕੋਈ ਗੱਲ ਆ, ਤਾਂ ਤੁਸੀਂ ਕਹਿੰਦੇ ਨਹੀਂ ਸਾਡਾ ਉੱਧਰ ਲੱਗਾ। ਸੋ ਇਹ ਆ ਵੀ ਜੱਜ ਤਕਰੀਬਨ ਉਹੀ ਹੁੰਦੇ ਆ, ਜਿਹਦੇ ਮੂਹਰੇ ਜਿੱਦਾਂ ਦਾ ਕੇਸ ਹੋਵੇ ਉੱਦਾਂ ਦਾ ਜੱਜ ਉਹਦੇ ਲਿਖਿਆ ਹੁੰਦਾ, ਉਹ ਜੱਜ ਉੱਦਾਂ ਦਾ ਕੇਸ ਹੁੰਦਾ। ਇਹ ਆਮ ਤੌਰ 'ਤੇ ਵਕੀਲਾਂ ਨੂੰ ਪਤਾ ਹੁੰਦਾ, ਤੇ ਜਦੋਂ ਨਹੀਂ ਉਹ ਕੇਸ ਕਰਨਾ ਹੋਵੇ ਦੀਵਾਨੀ ਦਾ, ਉਹ ਲਿਖ ਦਿੰਦੇ ਆ ਵੀ ਇਹ ਅਸੀਂ ਸਿਵਲ ਜੱਜ ਮੂਹਰੇ ਪੇਸ਼ ਕਰ ਰਹੇ ਹਾਂ। ਜੇ ਫੌਜਦਾਰੀ ਤੁਸੀਂ ਲੈ ਕੇ ਜਾਓ ਤਾਂ ਉਹਨੂੰ ਪਤਾ ਹੁੰਦਾ ਵੀ ਇਹ ਫੌਜਦਾਰੀ ਜੱਜ ਮੂਹਰੇ ਆ, ਉਹ ਫਿਰ ਜਿੰਨੀਆਂ ਦਰਖਾਸਤਾਂ ਲਿਖੋਗੇ ਉੱਪਰ ਫੌਜਦਾਰੀ ਜੱਜ ਲਿਖੋਗੇ। ਜੇ ਦੂਜਾ ਕੇਸ ਚੱਲਦਾ ਉਹਦੇ ਵਿੱਚ ਤੁਹਾਨੂੰ ਕੋਈ ਦਰਖਾਸਤ ਦੇਣੀ ਪੈਂਦੀ ਆ ਚੱਲਦੇ ਕੇਸ ਵਿੱਚ, ਜਾਂ ਕੋਈ ਬੇਨਤੀ ਕਰਨੀ ਪੈਂਦੀ ਆ, ਤਾਂ ਉਹਨੂੰ ਤੁਸੀਂ ਸਿਵਲ ਜੱਜ ਕਹੋਗੇ। ਜੱਜ ਉਹੀ ਆ, ਉਹਨਾਂ ਦਾ ਨਾਮ ਉਹਦਾ ਉਦੋਂ ਬਦਲ ਜਾਏਗਾ ਜਦੋਂ ਕੇਸ ਦੀ ਨੇਚਰ ਬਦਲ ਜਾਏਗੀ। ਸਰ ਮੇਰਾ ਆਖਰੀ ਸਵਾਲ ਇਹ ਹੈ ਕਿ ਇੱਕ ਆਮ ਬੰਦੇ ਨੇ ਇਹ ਕੇਸ ਨੂੰ ਸਮਝਣ ਲਈ ਕਿ ਇਹ ਫੌਜਦਾਰੀ ਕੇਸ ਹੈ ਜਾਂ ਸਿਵਲ ਕੋਰਟ ਦਾ ਕੇਸ ਹੈ, ਕੀ ਕਰਨਾ ਚਾਹੀਦਾ ਹੈ? ਕਿੱਦਾਂ ਪਤਾ ਲੱਗੇਗਾ ਉਹਨੂੰ ਕਿ ਇਹ ਕਿਹੜਾ ਕੇਸ ਹੈ? ਦੇਖੋ, ਗੱਲ ਪਹਿਲਾਂ ਤਾਂ ਹਰ ਕੇਸ ਜਿਹੜਾ ਇਹ ਮੋਟੇ ਤੌਰ 'ਤੇ ਦੋ ਤਰ੍ਹਾਂ ਦੇ ਕਾਰਨ, ਇੱਕ ਕੇਸ ਕਰਨ ਵਾਲਾ ਹੁੰਦਾ ਤੇ ਇੱਕ ਦੇ ਖਿਲਾਫ ਹੁੰਦਾ।
ਜੇ ਜਿਹੜਾ ਹਰ ਕੇਸ ਵਿੱਚ ਦੋ ਤਰ੍ਹਾਂ ਹੋ ਗਈਆਂ, ਇੱਕ ਧਿਰ ਕਰਨ ਵਾਲੀ, ਇੱਕ ਫੌਜਦਾਰੀ ਵਿੱਚ ਵੀ ਹੁੰਦਾ ਵੀ ਜਿਹੜੇ ਕੇਸ ਕਰਨ ਵਾਲੇ ਹੁੰਦੇ ਆ ਉਹ ਸਟੇਟ ਹੁੰਦੀ ਆ। ਸਟੇਟ ਦਾ ਮਤਲਬ ਸੂਬਾ ਹੁੰਦਾ, ਸੂਬੇ ਦਾ ਮਤਲਬ ਆ ਵੀ ਸਰਕਾਰ ਜਾਂ ਥਾਣੇ ਹੁੰਦੇ ਆ, ਜਿੱਦਾਂ ਉਹਨੇ ਥਾਣੇ ਵੰਡੇ ਹੋਏ ਆ ਉਹਨੇ ਤੁਹਾਡੇ ਕੇਸ ਕਰ। ਅਤੇ ਫੌਜਦਾਰੀ ਔਰ ਜਿਹਦੇ ਕੇਸ ਵਿੱਚ ਅਖੀਰ ਜਾ ਕੇ ਸਜ਼ਾ ਹੋ ਜਾਣੀ ਹੋਵੇ ਜਾਂ ਉਹਨੂੰ ਰਿਹਾ ਹੋ ਜਾਣਾ ਹੋਵੇ ਉਹਨੂੰ ਫੌਜਦਾਰੀ ਕਹਿੰਦੇ ਆ। ਜਿਹੜੇ ਕੇਸ ਵਿੱਚ ਦੋ ਤਰ੍ਹਾਂ ਮੈਂ ਦੱਸਿਆ, ਇੱਕ ਧਿਰ ਕੇਸ ਕਰਨ ਵਾਲੀ, ਇੱਕ ਦੇ ਬਰਖਲਾਫ ਕਰਨਾ, ਜਿਹਦੇ ਵਿੱਚ ਇੱਕ ਨੇ ਹਾਰ ਜਾਣਾ ਹੋਵੇ, ਇੱਕ ਧਿਰ ਨੇ ਜਿੱਤ ਜਾਣਾ ਹੋਵੇ, ਉਹ ਜਿਹੜੀ ਚੀਜ਼ ਦਾ ਝਗੜਾ ਹੈ ਜਾਂ ਜਾਇਦਾਦ ਦਾ ਝਗੜਾ ਆ ਉਹ ਇੱਕ ਦੇ ਹੱਕ 'ਚ ਹੋ ਜਾਣੀ ਹੋਵੇ, ਇੱਕ ਦੇ ਬਰਖਲਾਫ ਹੋ ਜਾਣੀ ਹੋਵੇ, ਉਹਨੂੰ ਅਸੀਂ ਸਿਵਲ ਕੋਰਟ ਕਹਿੰਦੇ ਹਾਂ। ਸਿਵਲ ਕੋਰਟ ਕਹਿੰਦੇ ਹਾਂ ਕਿਉਂਕਿ ਉਹ 'ਚ ਸਜ਼ਾ ਤਾਂ ਹੋਣੀ ਨਹੀਂ। ਤੁਸੀਂ ਕਹਿੰਦੇ ਆ ਜ਼ਮੀਨ ਦਾ ਟੁਕੜਾ ਮੇਰਾ ਆ, ਉਹ ਕਹਿੰਦੇ ਮੇਰਾ ਆ, ਤੁਸੀਂ ਆਪਣੇ ਸਬੂਤ ਦਿੰਦੇ ਹੋ, ਉਹ ਆਪਣੇ ਸਬੂਤ ਦਿੰਦੇ ਆ। ਜਦੋਂ ਤੁਸੀਂ ਦੋਨੇ ਸਬੂਤ ਦਿੰਦੇ ਆ, ਉਹ ਇੱਕ ਨੇ ਜਿੱਤਣਾ ਤੇ ਇੱਕ ਨੇ ਹਾਰਨਾ। ਜੇ 'ਚ ਹਾਰਨਾ ਤੇ ਜਿੱਤਣਾ ਉਹ ਜਿਹੜਾ ਉਹ ਸਿਵਲ ਆ। ਜੇ 'ਚ ਬੰਦੇ ਬਰੀ ਹੋਣਾ ਜਾਂ ਸਜ਼ਾ ਹੋਣੀ ਆ ਜਾਂ ਵਾਰਨਿੰਗ ਹੋਣੀ ਆ ਜਾਂ ਜੁਰਮਾਨਾ ਹੋਣਾ ਆ, ਉਹ ਫੌਜਦਾਰੀ। ਮੋਟੇ ਤੌਰ 'ਤੇ ਇਹ ਫਰਕ ਆ ਵੀ ਫੌਜਦਾਰੀ ਦੇ ਵਿੱਚ ਤੁਹਾਨੂੰ ਜਿਹੜੇ ਆ ਜੁਰਮਾਨਾ ਹੋਣਾ ਜਾਂ ਸਜ਼ਾ ਹੋਣੀ ਆ ਜਾਂ ਵਾਰਨਿੰਗ ਹੋਣੀ। ਜਿਹੜਾ ਸਿਵਲ ਕੇਸ ਆ ਜਿਹਨੂੰ ਦੀਵਾਨੀ ਅਦਾਲਤ ਕਹਿੰਦੇ ਆ, ਉਹਦੇ ਵਿੱਚ ਮੋਟੇ ਤੌਰ 'ਤੇ ਜਿਹੜਾ ਉਹ ਕੇਸ ਇੱਕ ਧਿਰ ਦੇ ਹੱਕ 'ਚ ਹੋਣਾ, ਇੱਕ ਧਿਰ ਦੇ ਬਰਖਲਾਫ ਹੋਣਾ। ਇੱਕ ਧਿਰ ਦੇ ਹੱਕ 'ਚ ਹੁੰਦਾ, ਇੱਕ ਦੇ ਬਰਖਲਾਫ ਹੁੰਦਾ, ਸਮਝ ਲਓ ਇਹ ਤੁਹਾਡਾ ਦੀਵਾਨੀ ਅਦਾਲਤ ਦੇ ਵਿੱਚ ਚੱਲਦਾ ਹੈ। ਉੱਦਾਂ ਕੋਈ ਹੋਰ ਫਰਕ ਨਹੀਂ। ਉਹ ਜੱਜ ਵੀ ਉਹੀ ਹੁੰਦਾ, ਉਹਦਾ ਬਦਲ ਜਾਂਦਾ ਆ। ਜਿੱਦਾਂ ਵਰਣਨ ਕਰ ਲਓ ਵੀ ਤੁਸੀਂ ਦੀਵਾਨੀ ਅਦਾਲਤ ਦੇ ਕੇਸ ਚੱਲਦਾ, ਉਹ ਚੱਲਦੇ ਤੁਹਾਡਾ ਕੋਈ ਝਗੜਾ ਹੋ ਜਾਣਾ। ਹੋ ਸਕਦਾ ਉਹੀ ਉਸੇ ਅਦਾਲਤ ਵਿੱਚ ਸਰਕਾਰ ਜਿਹੜੀ ਝਗੜੇ ਦਾ ਬਣਾ ਕੇ ਚਲਾਨ ਦੇ ਦੇਵੇ, ਉਹ ਤੁਹਾਡੇ ਲਈ ਉਹ ਦੀਵਾਨੀ ਹੋਵੇ, ਉਹ ਮਤਲਬ ਫੌਜਦਾਰੀ ਹੋਵੇ। ਤੋ ਵਕੀਲ ਵੀ ਤਕਰੀਬਨ ਜੇ ਵਕੀਲ ਫੌਜਦਾਰੀ ਵੀ ਕਰਦਾ ਅਤੇ ਸਿਵਲ ਵੀ ਕਰਦਾ, ਤਾਂ ਸਿਵਲ ਵਾਲਾ ਜਿਹੜਾ ਹੈ ਜੇ ਫੌਜਦਾਰੀ ਵੀ ਆਉਂਦੀ ਆ ਤਾਂ ਤੁਹਾਡਾ ਵਕੀਲ ਵੀ ਕਈ ਵਾਰੀ ਉਹੀ ਹੁੰਦਾ। ਫੌਜਦਾਰੀ ਵਿੱਚ ਵੀ ਤੁਸੀਂ ਉਹੀ ਕਰ ਲੈਂਦੇ, ਉਹੀ ਵਕੀਲ, ਉਹੀ ਪਾਰਟੀਆਂ, ਉਹੀ ਅਦਾਲਤਾਂ। ਇਹ ਨਹੀਂ ਪਤਾ ਲੱਗ ਸਕਦਾ। ਪਤਾ ਇੱਥੋਂ ਲੱਗਣਾ ਵੀ ਜੇ ਕਿ ਤੁਸੀਂ ਜਿੱਤਦੇ ਤਾਂ ਹਾਰਦੇ ਆ ਤਾਂ ਇਹ ਤੁਹਾਡਾ ਕੇਸ ਦੀਵਾਨੀ ਜਾਂ ਸਿਵਲ ਕੇਸ ਹੋ ਗਿਆ। ਜਿਸ ਕੇਸ ਵਿੱਚ ਤੁਸੀਂ ਬਰੀ ਹੁੰਦੇ ਆ ਜਾਂ ਤੁਹਾਨੂੰ ਸਜ਼ਾ ਹੁੰਦੀ ਆ ਉਹਨੂੰ ਅਸੀਂ ਫੌਜਦਾਰੀ। ਮੋਟੇ ਤੌਰ 'ਤੇ ਇਹੋ ਹੀ ਫਰਕ ਹੈ। ਉਹ ਜੋ ਸਜ਼ਾ ਹੋਣੀ ਆ ਦੂਜੇ 'ਚ ਨਹੀਂ ਹੋਣੀ। ਅਦਾਲਤ ਵੀ ਉਹੀ ਰਹਿਣੀ ਆ, ਮੋਟੇ ਤੌਰ 'ਤੇ ਵਕੀਲ ਵੀ ਉਹੀ ਰਹਿਣੇ ਆ, ਮੋਟੇ ਤੌਰ 'ਤੇ ਧਿਰਾਂ ਵੀ ਕਈ ਵਾਰੀ ਉਹੀ ਹੁੰਦੀਆਂ। ਇੱਥੋਂ ਹੀ ਫਰਕ ਕਰਨਾ ਵੀ ਇਸ ਕੇਸ 'ਚ ਸਜ਼ਾ ਹੋਣੀ ਆ ਕਿ ਨਹੀਂ। ਜੇ ਸਜ਼ਾ ਹੋਣੀ ਆ ਜਾਂ ਹੋ ਸਕਦੀ ਆ ਅਤੇ ਉਹ ਹੈਗਾ ਫੌਜਦਾਰੀ, ਜਿਸ 'ਚ ਕੇਸ ਸਾਰਾ ਹੀ ਹਾਰ ਸਕਦੇ ਆ। ਦੂਜੀ ਤਰੀਕ 'ਤੇ ਵੀ ਹਾਰ ਸਕਦੇ ਆ, 4 ਸਾਲ ਬਾਅਦ ਵੀ ਹਾਰ ਸਕਦੇ ਆ, ਤੁਸੀਂ ਜ਼ਿਆਦਾ ਖੱਜਲ ਖਰਾਬ ਵੀ ਹੋ ਸਕਦੇ ਆ, ਪਰ ਸਜ਼ਾ ਨਹੀਂ ਹੋਣੀ। ਉਹ ਸਿਵਲ ਕਿ ਉਹਨੂੰ ਆਪਾਂ ਦੀਵਾਨੀ ਅਦਾਲਤ ਜਾਂ ਸਿਵਲ ਕੋਰਟ ਕਹਿੰਦੇ ਆ। ਮੋਟੇ ਤੌਰ 'ਤੇ ਇਹੋ ਹੀ ਫਰਕ ਆ। ਇੱਥੋਂ ਇਹ ਤੁਹਾਨੂੰ ਸਮਝਣਾ ਚਾਹੀਦਾ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਕਾਨੂੰਨੀ ਜਾਣਕਾਰੀ। ਇਸ ਸੰਬੰਧੀ ਕੋਈ ਵੀ ਸਵਾਲ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਈਮੇਲ ਰਾਹੀਂ ਸਾਨੂੰ ਭੇਜ ਸਕਦੇ ਹੋ। ਤੇ ਜੇ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ।